ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਜੋ ਨਿਤਨੇਮ ਦੀ ਸੰਥਿਆ ਸ਼ੁਰੂ ਕਰਨ ਵਾਸਤੇ ਜਾ ਰਹੇ ਹਾਂ। ਕਾਫੀ ਦਿਨਾਂ ਤੋਂ ਪਹਿਲਾਂ ਆਪ ਜੀ ਮੁਹਾਰਨੀ ਪੜ੍ਹ ਰਹੇ ਹੋ ਅਤੇ ਜੋ 4 ਤਰੀਕਿਆਂ ਦੇ ਨਾਲ ਆਪ ਜੀ ਨੂੰ ਮੁਹਾਰਨੀ ਪੜ੍ਹਾਈ ਗਈ ਹੈ, ਆਪ ਜੀ ਨੇ ਸਾਰਿਆਂ ਨੇ ਬੜੇ ਪਿਆਰ ਦੇ ਨਾਲ ਮੁਹਾਰਨੀ ਪੜ੍ਹੀ ਹੈ। ਆਪ ਜੀ ਨੂੰ ਜੋ ਮੁਹਾਰਨੀ ਦੇ ਵਿੱਚ ਮਾਤਰਾਵਾਂ ਨੇ ਲਘੂ ਕੀ ਹੈ, ਦੀਰਘ ਕਿਹੜੀ ਹੈ, ਉਹ ਦੱਸਿਆ ਗਿਆ ਹੈ। ਟਕਸਾਲ ਦੇ ਵਿੱਚ ਹਮੇਸ਼ਾ ਪਹਿਲਾਂ ਸੰਥਿਆ ਕਰਾਉਣ ਤੋਂ 35 ਪੜ੍ਹਾਈ ਜਾਂਦੀ ਹੈ, ਮੁਹਾਰਨੀ ਪੜ੍ਹਾਈ ਜਾਂਦੀ ਹੈ, ਫਿਰ ਵਿਦਿਆਰਥੀਆਂ ਦੀ ਸੰਥਿਆ ਸ਼ੁਰੂ ਕੀਤੀ ਜਾਂਦੀ ਹੈ। ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਇੱਥੇ ਸ੍ਰੀ ਜਪਜੀ ਸਾਹਿਬ ਜੀ ਦੀ ਜੋ ਸੰਥਿਆ ਹੈ ਉਹ ਸ਼ੁਰੂ ਕਰਨ ਲੱਗੇ ਹਾਂ। ਆਪ ਜੀ ਨੂੰ ਪਹਿਲਾਂ ਵੀ ਦੱਸਿਆ ਗਿਆ ਹੈ, ਜੋ ਜਿਵੇਂ ਸੁਚਮਤਾ ਦੇ ਨਾਲ ਆਪਾਂ ਗੁਟਕਾ ਸਾਹਿਬ ਨੂੰ ਹੱਥ ਲਾਉਣਾ ਹੈ। ਪਹਿਲਾਂ ਬਾਹਰੋਂ ਟੂਟੀ ਤੋਂ ਹੱਥ ਧੋਣੇ ਨੇ, ਫਿਰ ਤੁਹਾਡੇ ਗਲਾਂ ਦੇ ਵਿੱਚ ਹਜੂਰੀਏ ਸੁਰਪਾਓ ਜ਼ਰੂਰ ਹੋਣੇ ਚਾਹੀਦੇ ਨੇ। ਉਸ ਸੁਰਪਾਓ ਦੇ ਨਾਲ ਜਿਹੜਾ ਦਰਬਾਰ ਦਾ ਮੇਨ ਗੇਟ ਹੈ, ਇਹਨੂੰ ਭਾਈ ਤੁਸੀਂ ਖਿੱਚ ਕੇ ਖੋਲ੍ਹਣਾ ਹੈ। ਕੁੰਡੇ ਨੂੰ ਹੱਥ ਨਹੀਂ ਲਾਉਣਾ, ਕਿਉਂਕਿ ਕਈ ਵਾਰੀ ਸੰਗਤ ਦੇਖ ਸਕਦੀ ਹੈ ਜਾਂ ਆਪਾਂ ਦੇਖ ਸਕਦੇ ਹਾਂ, ਉਹ ਹੱਥ ਕੁੰਡਿਆਂ ਨੂੰ ਲੱਗੇ ਹੁੰਦੇ ਨੇ। ਇਸ ਕਰਕੇ ਜਦੋਂ ਵੀ ਦਰਬਾਰ ਦਾ ਬਾਰ ਖੁੱਲ੍ਹਣਾ ਹੈ, ਜਦੋਂ ਆਪਾਂ ਨੂੰ ਪਤਾ ਕਿ ਹੁਣ ਆਪਾਂ ਸੰਥਿਆ ਕਰਨੀ ਹੈ, ਅਤੇ ਕਿਸੇ ਕੱਪੜੇ ਦੇ ਨਾਲ ਹਜੂਰੇ ਦੇ ਨਾਲ ਤੁਸੀਂ ਖਿੱਚ ਕੇ ਕੁੰਡੇ ਨੂੰ ਫਿਰ ਦਰਬਾਰ ਸਾਹਿਬ ਦੇ ਅੰਦਰ ਆਉਣਾ ਹੈ। ਜਦੋਂ ਸਤਿਗੁਰਾਂ ਨੂੰ ਨਮਸਕਾਰ ਕਰਨੀ ਹੈ, ਉਦੋਂ ਵੀ ਖਿਆਲ ਕਰਨਾ ਤੁਹਾਡੇ ਗਲ ਵਿੱਚ ਹਜੂਰੀਆਂ ਹੋਵੇ, ਤਾਂ ਜੋ ਤੁਹਾਡੇ ਹੱਥ ਹੇਠਾਂ ਦਰੀਆਂ ਨੂੰ ਨਾ ਲੱਗਣ, ਕਿਉਂਕਿ ਦਰੀਆਂ 'ਤੇ ਪੈਰ ਲੱਗੇ ਹੁੰਦੇ ਨੇ। ਇਸ ਕਰਕੇ ਤੁਹਾਡੇ ਹੱਥ ਜੂਠੇ ਨਾ ਹੋਣ। ਕੱਪੜਾ ਤੁਸੀਂ ਨਾਲ ਜੋ ਸੁਰਪਾਓ ਹੈ ਉਹਦੇ ਨਾਲ ਹੱਥ ਢੱਕ ਕੇ ਨਮਸਕਾਰ ਕਰਨੀ ਹੈ ਸਤਿਗੁਰਾਂ ਨੂੰ, ਅਤੇ ਫਿਰ ਆ ਕੇ ਜੋ ਇਹ ਵਿਛਾਈ ਹੈ ਇਹ ਵਿਛਾ ਲੈਣੀ ਹੈ। ਪ੍ਰੇਮ ਨਾਲ ਪਹਿਲਾਂ ਰੇਲਾਂ ਰੱਖਣੀਆਂ ਨੇ ਅਤੇ ਫਿਰ ਬੜੇ ਸਤਿਕਾਰ ਨਾਲ ਗੁਟਕਾ ਸਾਹਿਬ ਰੱਖਣੇ ਹਨ। ਅਤੇ ਇਹ ਵੀ ਖਿਆਲ ਕਰਨਾ ਹੈ, ਕਿਸੇ ਨੇ ਸੰਥਿਆ ਕਰਨ ਸਮੇਂ ਜੋ ਤੁਹਾਡੇ ਕੋਲ ਹਜੂਰੀਏ ਹੈ ਨੇ, ਅਗਰ ਕਿਤੇ ਖਾਰਿਸ਼ ਹੁੰਦੀ ਹੈ ਜਾਂ ਕੋਈ ਖਾਂਸੀ ਆਈ ਹੈ, ਤੁਸੀਂ ਸੁਰਪਾਓ ਅੱਗੇ ਮੂੰਹ ਦੇ ਕਰਕੇ ਖਾਂਸੀ ਖੰਘ ਸਕਦੇ ਹੋ। ਜੇ ਖਾਰਿਸ਼ ਕਰਨੀ ਹੈ ਤਾਂ ਤੁਸੀਂ ਸੁਰਪਾਓ ਦੇ ਨਾਲ ਹੀ ਆਪਣੇ ਹੱਥ ਨਾਲ ਭਾਈ ਖਾਰਿਸ਼ ਕਰ ਸਕਦੇ ਹੋ। ਮੂੰਹ ਨੂੰ ਹੱਥ ਨਹੀਂ ਲਾਉਣਾ। ਇਹ ਗੱਲਾਂ ਦਾ ਖਿਆਲ ਰੱਖਣਾ ਹੈ। ਪਹਿਲਾਂ ਵੀ ਤੁਹਾਨੂੰ ਹੋਰ ਵੀ ਜਿਵੇਂ ਗੁਰੂ ਸਾਹਿਬ ਜੀ ਸਮੱਤ ਬਖਸ਼ਣਗੇ, ਉਹ ਤੁਹਾਨੂੰ ਨਾਲ ਨਾਲ ਦੱਸਿਆ ਵੀ ਜਾਇਆ ਕਰੇਗਾ, ਅਤੇ ਇਹ ਗੱਲਾਂ ਦਾ ਖਿਆਲ ਰੱਖਣਾ ਹੈ। ਗੁਰੂ ਸਾਹਿਬ ਜੀ ਦਾ ਸਤਿਕਾਰ ਵੱਧ ਤੋਂ ਵੱਧ ਰੱਖਣਾ ਹੈ। ਗੁਟਕੇ ਦਾ ਖਿਆਲ, ਗੁਰੂ ਸਾਹਿਬ ਜੀ ਦਾ ਸਤਿਕਾਰ ਵੱਧ ਤੋਂ ਵੱਧ ਭਾਈ ਕਰਨਾ ਹੈ। ਇਤਿਹਾਸ ਪੜ੍ਹੀਏ। ਇਤਿਹਾਸ ਦੇ ਵਿੱਚ ਜਿਸ ਸਮੇਂ ਬਹੁਤ ਦੂਰ ਦੇਸ਼ ਤੋਂ ਸੰਗਤ 7ਵੇਂ ਪਾਤਸ਼ਾਹ ਦੇ ਕੋਲ ਆਈ, ਸੰਗਤ ਸ਼ਬਦ ਪੜ੍ਹਦੀ ਆ ਰਹੀ ਸੀ, ਬਾਣੀ ਪੜ੍ਹਦੀ ਆ ਰਹੀ ਸੀ। ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸ਼ਬਦ ਦੀ ਆਵਾਜ਼ ਸੁਣੀ, ਤੇ ਸਤਿਗੁਰੂ ਜੀ ਬੜੀ ਕਾਹਲੀ ਦੇ ਨਾਲ, ਬੜੀ ਜਲਦੀ ਦੇ ਨਾਲ ਮਹਾਰਾਜ ਜੀ ਉੱਠੇ, ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਗੋਡੇ ਦੇ ਉੱਪਰ ਸੱਟ ਲੱਗੀ। ਸੰਗਤ ਨੇ ਪੁੱਛਣਾ ਕੀਤਾ, ਮਹਾਰਾਜ ਜੀ ਆਪ ਜੀ ਇੰਨੀ ਕਾਹਲੀ ਦੇ ਨਾਲ, ਇੰਨੀ ਜਲਦੀ ਦੇ ਨਾਲ ਕਿਉਂ ਉੱਠੇ ਹੋ? ਸਤਿਗੁਰੂ ਸਾਹਿਬ ਜੀ ਕਹਿੰਦੇ, ਭਾਈ ਸੰਗਤ ਬਾਣੀ ਪੜ੍ਹਦੀ ਆ ਰਹੀ ਸੀ, ਕੀਰਤਨ ਕਰਦੀ ਆ ਰਹੀ ਸੀ, ਇਸ ਕਰਕੇ ਸਤਿਕਾਰ ਵਜੋਂ, ਗੁਰਬਾਣੀ ਦੇ ਸਤਿਕਾਰ ਵਜੋਂ ਅਸੀਂ ਕਾਹਲੀ ਦੇ ਨਾਲ ਉੱਠੇ ਹਾਂ।
ਤੇ ਇੱਥੋਂ ਸਾਨੂੰ ਵੀ ਸੇਧ ਮਿਲਦੀ ਹੈ ਕਿ ਅਸੀਂ ਵੀ ਗੁਰੂ ਸਾਹਿਬ ਜੀ ਦਾ ਵੱਧ ਚੜ੍ਹ ਕੇ ਸਤਿਕਾਰ ਕਰਨਾ ਹੈ, ਗੁਰੂ ਨੂੰ ਪਿੱਠ ਨਹੀਂ ਕਰਨੀ ਅਤੇ ਬੜੇ ਅਦਬ ਦੇ ਨਾਲ ਗੁਟਕੇ ਰੱਖਣੇ ਨੇ, ਪੋਥੀਆਂ ਰੱਖਣੀਆਂ ਨੇ ਅਤੇ ਅਦਬ ਦੇ ਨਾਲ ਹੀ ਪੋਥੀਆਂ ਚੱਕ ਕੇ ਲੈ ਕੇ ਆਉਣੀਆਂ ਨੇ। ਤੁਹਾਨੂੰ ਇਹ ਵੀ ਪਹਿਲਾਂ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਗੁਟਕਾ ਸਾਹਿਬ ਦਾ ਸਿੰਘਾਸਨ ਕਰਨਾ ਹੈ, ਆਪਣੇ ਹੱਥ ਨੂੰ ਹੀ ਘੁਮਾਉਣਾ, ਪੋਥੀ ਨਹੀਂ ਘੁਮਾਉਣੀ, ਉਹ ਸਾਰਾ ਆਪ ਜੀ ਨੂੰ ਪਹਿਲਾਂ ਦੱਸਿਆ ਗਿਆ ਹੈ। ਹੋਰ ਵੀ ਜੋ ਨਿਯਮ ਨੇ ਆਪ ਜੀ ਨੂੰ ਦੱਸੇ ਗਏ ਨੇ। ਸੋ ਸਤਿਕਾਰ ਕਰਨਾ ਹੈ, ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਹੈ। ਇਤਿਹਾਸ ਵਿੱਚ ਸਤਿਗੁਰਾਂ ਦੇ ਬਚਨ ਨੇ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਗੁਰਬਾਣੀ ਤੋਂ ਭੈ ਕਰੇਗਾ, ਬਾਣੀ ਦਾ ਅਦਬ ਸਤਿਕਾਰ ਕਰੇਗਾ, ਬਿਨਾਂ ਪ੍ਰਯਾਸ ਬਿਨਾਂ ਯਤਨੀ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਜਿਨ ਪੈ ਅਦਮ ਨ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਮਹਾਰਾਜ ਜੀ ਕਹਿੰਦੇ ਜਿਹੜਾ ਸਿੱਖ ਸਤਿਗੁਰਾਂ ਦੀ ਬਾਣੀ ਦਾ ਅਦਬ ਸਤਿਕਾਰ ਨਹੀਂ ਕਰੇਗਾ, ਸਤਿਗੁਰੂ ਜੀ ਕਹਿੰਦੇ ਭਾਈ ਉਹ ਸਾਡਾ ਸਿੱਖ ਨਹੀਂ ਹੈ। ਇਸ ਕਰਕੇ ਆਪਾਂ ਭਾਈ ਗੁਰੂ ਦੀ ਖੁਸ਼ੀ ਲੈਣ ਵਾਸਤੇ ਸਤਿਗੁਰਾਂ ਦੇ ਦਰ 'ਤੇ ਪਹੁੰਚਨੇ ਹਾਂ ਕਿ ਸਾਨੂੰ ਗੁਰਬਾਣੀ ਪੜ੍ਹਨੀ ਆ ਜਾਵੇ। ਜਿੰਨੇ ਕੁ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਅਤੇ ਮਹਾਂਪੁਰਖਾਂ ਨੇ, ਸੰਤ ਬਾਬਾ ਗਿਆਨੀ ਭਗਵਾਨ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਦਾਸ ਨੂੰ ਪੜ੍ਹਾਇਆ ਹੈ ਅਤੇ ਉਸ ਤਰ੍ਹਾਂ ਹੀ ਭਾਈ ਆਪ ਜੀ ਸੰਗਤਾਂ ਨੂੰ, ਆਪ ਜੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਣਾ ਹੈ, ਆਪ ਜੀ ਨੇ ਖਿਆਲ ਕਰਨਾ ਹੈ। ਸੋ ਆਪਾਂ ਪਹਿਲਾਂ ਜੋ 3-4 ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਚੁੱਕੇ ਹਾਂ, ਅੱਜ ਸ਼ੁਰੂ ਤੋਂ ਪੜ੍ਹਾਂਗੇ, ਕਿਉਂਕਿ ਕੁਝ ਜੋ ਵਿਦਿਆਰਥੀ ਨੇ ਉਹ ਕਹਿੰਦੇ ਅਸੀਂ ਵੀ ਲਾਹਾ ਲੈ ਸਕੀਏ, ਇਸ ਕਰਕੇ ਨਾਲ ਆਪਾਂ ਰਿਕਾਰਡਿੰਗ ਕਰਾਂਗੇ ਤਾਂ ਜੋ ਘਰ ਜਾ ਕੇ ਅਤੇ ਹੋਰ ਵੀ ਜੋ ਵਿਦਿਆਰਥੀ ਨੇ, ਗੁਰੂ ਪਿਆਰੇ ਹਨ, ਉਹ ਲਾਹਾ ਲੈ ਸਕਣ। ਤੇ ਆਓ ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਦਾਸ ਪੜ੍ਹੇਗਾ, ਪਿੱਛੇ ਪਿੱਛੇ ਆਪ ਜੀ ਨੇ ਪੜ੍ਹਨਾ ਹੈ, ਫਿਰ ਇਕੱਲੇ ਇਕੱਲੇ ਤੋਂ ਵਾਰੀ ਵਾਰੀ ਸੰਥਿਆ ਸੁਣੀ ਵੀ ਜਾਵੇਗੀ। ਸੋ ਆਓ ਪਹਿਲਾਂ ਆਪਾਂ ਪੜ੍ਹੀਏ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ, ਜਪ ਪੋਲਾ ਹੀ ਬੋਲਣਾ ਹੈ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਇਕੱਠਾ ਨਹੀਂ ਬੋਲਣਾ, ਹੈ ਭੀ ਨਹੀਂ ਕਹਿਣਾ। ਜਿਸ ਤਰ੍ਹਾਂ ਅਲੱਗ ਅਲੱਗ ਲਿਖਿਆ ਹੈ ਇਸ ਤਰ੍ਹਾਂ ਹੀ ਅਲੱਗ ਅਲੱਗ ਪੜ੍ਹਨਾ ਹੈ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਲੱਕ ਕੱਸ ਕੇ ਬੋਲਣਾ ਹੈ, ਥੋੜਾ ਪੋਲਾ ਨਹੀਂ ਬੋਲਣਾ, ਥੋੜਾ ਜਿਹਾ ਕੱਸ ਕੇ ਬੋਲਣਾ ਹੈ। ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆ ਭਾਰ। ਬੰਨਾ ਵੀ ਥੋੜਾ ਜਿਹਾ ਭਾਰਾ ਬੋਲਣਾ ਹੈ। ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਏ। ਤਾ ਇੱਕ ਨਾ ਚੱਲੈ ਨਾਲ
ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹਾਂ, ਇੱਥੇ ਦੋਵੇਂ ਟੈਂਕੇ ਨਹੀਂ ਲਾਉਣੇ, ਟੁੱਟੈ ਤੱਤਾ ਅੱਖਰ ਪਹਿਲਾਂ ਲੱਗਾ ਹੋਇਆ ਹੈ। ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ, ਇਕ ਹੁਕਮੀ ਸਦਾ ਭੁਆਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਇ। ਨਾਨਕ ਹੁਕਮੈ ਜੇ ਬੁਝੈ, ਬੁਝੈ ਕਸ ਕੇ ਬੋਲਣਾ ਹੈ। ਬੁਝੈ ਸਮਝਣ ਦਾ ਵਾਚਕ ਹੈ। ਜਿਹੜਾ ਉਸ ਵਾਹਿਗੁਰੂ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਤੇ ਬੁਝੈ ਸਮਝਣ ਦਾ ਵਾਚਕ ਹੈ। ਇਸ ਕਰਕੇ ਬੁਝੈ ਕਸ ਕੇ ਬੋਲਣਾ ਹੈ ਥੋੜਾ ਜਿਹਾ। ਨਾਨਕ ਹੁਕਮੈ ਜੇ ਬੁਝੈ, ਤਾ ਹਉਮੈ ਕਹਿ ਨਾ ਕੋਇ। ਕਹਿ ਬੋਲਣਾ ਹੈ। ਤਾ ਹਉਮੈ ਕਹਿ ਨਾ ਕੋਇ, ਗਾਵੈ ਕੋ ਤਾਨ। ਇਹਦਾ ਤਾਨ ਤੇ ਵਿਸਰਾਮ ਆਵੇਗਾ। ਹੋਵੈ ਕਿਸੈ ਤਾਨ, ਗਾਵੈ ਕੋ ਦਾਤ। ਇਹਦਾ ਦਾਤ ਤੇ ਵਿਸਰਾਮ ਲਾਉਣਾ ਹੈ। ਮਹਾਂਪੁਰਖਾਂ ਨੇ ਦਾਸ ਤੇ ਲਵਾਇਆ ਹੈ, ਇਸ ਕਰਕੇ ਦਾਤ ਤੇ ਵਿਸਰਾਮ ਲਾਉਣਾ ਹੈ ਆਪ ਜੀ ਨੇ। ਗਾਵੈ ਕੋ ਦਾਤ, ਜਾਣੈ ਨੀਸਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਬਾਕੀ ਕੋ ਤੇ ਵਿਸਰਾਮ ਆਉਣਗੇ, ਇਸ ਕਰਕੇ ਕੋ ਤੇ ਵਿਸਰਾਮ ਲਾਉਣੇ ਨੇ ਆਪ ਜੀ ਨੇ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇਹ। ਗਾਵੈ ਕੋ ਜੀ ਲੈ ਫਿਰ ਦੇਹ। ਹਾਂ, ਦੇਹ ਨਹੀਂ ਬੋਲਣਾ, ਦੇਹ। ਜੀ ਲੈ ਫਿਰ ਦੇਹ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹੱਦ ਰਾਹ ਦੂਰ। ਕਥਨਾ ਕਥੀ ਨਾ ਆਵੈ ਟੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਦੇਦਾ ਦੇ ਲੈਦੇ ਥਕ ਪਾਹੇ। ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ। ਰਾਹੋ ਨਹੀਂ ਬੋਲਣਾ, ਰਾਹੋ। ਹਾਂਜੀ। ਨਾਨਕ ਵਿਗਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਇ। ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ।
ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੁਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਇ, ਕੀਤਾ ਨਾ ਹੋਇ, ਆਪੇ ਆਪ ਨਿਰੰਜਨ ਸੋਇ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ, ਮਨ ਰਖੀਐ ਭਾਉ। ਦੁਖ ਪਰ ਹਰ, ਪਰ ਹਰ ਇਕੱਠਾ ਹੀ ਬੋਲਣਾ ਹੈ। ਦੁਖ ਪਰ ਹਰ, ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸਰ ਗੁਰ ਗੋਰਖ ਬਰਮਾ ਗੁਰ। ਹਾਂ, ਬਰਮਾ ਗੁਰ ਤੇ ਵਿਸਰਾਮ ਲਾਉਣਾ ਹੈ। ਕਈ ਵਾਰੀ ਕਈ ਜਾਣੇ ਗੁਰ ਈਸਰ ਗੁਰ ਗੋਰਖ ਬਰਮਾ ਕਹਿ ਕੇ ਗੁਰ ਪਾਰਬਤੀ ਮਾਈ ਆਖਦੇ ਨੇ, ਪਰ ਆਪ ਜੀ ਨੇ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ, ਹਾਂ ਗੁਰਾ ਨਹੀਂ ਬੋਲਣਾ, ਗੁਰਾ ਬੋਲਣਾ ਹੈ। ਗੁਰਾ ਇਕ ਦੇਹ 부ਝਾਈ, ਸਭਨਾ ਜੀਆ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਆਪਾਂ ਇਹ ਸੰਥਿਆ ਸਾਰੇ ਮੈਨੂੰ ਸੁਣਾਓ, ਫਿਰ ਤੁਹਾਨੂੰ ਜੋ ਗਲਤੀਆਂ ਨੇ ਦੱਸੀਆਂ ਜਾਣਗੀਆਂ, ਅਤੇ ਇਸ ਤੋਂ ਅਗਲੀ ਆਪਾਂ ਕੱਲ੍ਹ ਨੂੰ ਕਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ। ਸੋ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਭਾਈ ਆਪਦੀ ਆਪਦੀ ਸੰਥਿਆ ਤੁਸੀਂ ਸੁਣਾਈ ਜਾਓ, ਜੋ ਵੀ ਗਲਤੀਆਂ ਨੇ ਤੁਹਾਨੂੰ ਦੱਸੀਆਂ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।